ਹੈਲੋ ਸਟੂਡੈਂਟਸ, ਸਵਾਗਤ ਹੈ ਤੁਹਾਡਾ ਤੁਹਾਡੀ ਆਪਣੀ ਸੋਲਵ ਅਕੈਡਮੀ ਤੇ। ਅੱਜ ਆਪਾਂ ਸਾਇੰਸ ਦਾ ਨੈਕਸਟ ਟੌਪਿਕ ਪ੍ਰਕਾਸ਼ ਦਾ ਪਰਾਵਰਤਨ ਅਤੇ ਅਪਵਰਤਨ ਕਰਨ ਜਾ ਰਹੇ ਹਾਂ। ਤਾਂ ਸਟਾਰਟ ਕਰਨ ਤੋਂ ਪਹਿਲਾਂ ਸਟੂਡੈਂਟਸ ਤੁਹਾਨੂੰ ਦੱਸਣਾ ਚਾਹੂੰਗਾ ਕਿ ਜਿਹੜੇ ਵੀ ਤੁਹਾਨੂੰ ਆਪਣੇ ਡਾਊਟ ਹੁੰਦੇ ਨੇ ਕਿਸੇ ਵੀ ਸਬਜੈਕਟ 'ਚ, ਜਿਹੜੀ ਆਪਾਂ ਕਰਾ ਰਹੇ ਹਾਂ ਤੁਹਾਨੂੰ ਇੰਗਲਿਸ਼ SST ਜਾਂ ਸਾਇੰਸ 'ਚ, ਤੁਸੀਂ ਉਹਦੇ ਡਾਊਟ ਆਪਣੇ ਜਾ ਕੇ ਟੈਲੀਗ੍ਰਾਮ ਚੈਨਲ 'ਤੇ ਤੁਸੀਂ ਪੁੱਛ ਸਕਦੇ ਹੋ, ਜਿਹਨੂੰ ਤੁਸੀਂ ਜੁਆਇਨ ਕਰ ਸਕਦੇ ਹੋ ਅਤੇ ਉਹਦਾ ਆਪਾਂ ਨੇ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੈ। ਤਾਂ ਠੀਕ ਹੈ ਸਟੂਡੈਂਟਸ, ਸਟਾਰਟ ਕਰਦੇ ਹਾਂ ਆਪਣਾ ਅੱਜ ਦਾ। ਸਭ ਤੋਂ ਪਹਿਲਾ ਕੁਐਸਚਨ, ਪ੍ਰਕਾਸ਼ ਕੀ ਹੁੰਦਾ ਹੈ। ਆਪਣੇ ਲੈਸਨ ਦਾ ਨਾਮ ਹੈ ਪ੍ਰਕਾਸ਼ ਦਾ ਪਰਾਵਰਤਨ ਅਤੇ ਅਪਵਰਤਨ। ਤਾਂ ਉਹ ਸਾਨੂੰ ਤਾਂ ਹੀ ਪਤਾ ਲੱਗੂਗਾ ਜੇ ਆਪਾਂ ਨੂੰ ਪਤਾ ਹੋਊਗਾ ਪ੍ਰਕਾਸ਼ ਹੁੰਦਾ ਕੀ ਹੈ। ਤਾਂ ਸਟੂਡੈਂਟਸ, ਪ੍ਰਕਾਸ਼ ਇੱਕ ਊਰਜਾ ਦਾ ਰੂਪ ਹੈ, ਠੀਕ ਹੈ, ਜੋ ਸਾਨੂੰ ਚੀਜ਼ਾਂ ਦੇਖਣ ਵਿੱਚ ਮਦਦ ਕਰਦਾ ਹੈ। ਪ੍ਰਕਾਸ਼ ਕੀ ਹੈ? ਊਰਜਾ ਦਾ ਇੱਕ ਰੂਪ ਹੈ ਜੋ ਸਾਨੂੰ ਚੀਜ਼ਾਂ ਦੇਖਣ ਵਿੱਚ ਮਦਦ ਕਰਦਾ ਹੈ। ਅੱਗੇ ਦੇਖੋ ਸਟੂਡੈਂਟਸ, ਹਾਂ ਇਹ ਵੀ ਗੱਲ ਧਿਆਨ ਦੇਣੀ ਹੋਵੇ ਵੀ ਜਿਹੜਾ ਪ੍ਰਕਾਸ਼ ਹੈ ਉਹ ਇੱਕ ਨਾ ਬਿਜਲੀ ਚੁੰਬਕੀ ਤਰੰਗ ਹੈ। ਕੀ ਹੈ? ਬਿਜਲੀ ਚੁੰਬਕੀ ਤਰੰਗ ਹੈ। ਮੈਂ ਤੁਹਾਨੂੰ ਪਿਛਲੇ ਲੈਸਨ 'ਚ ਦੱਸਿਆ ਵੀ ਜਿਹੜਾ ਪ੍ਰਕਾਸ਼ ਸੂਰਜ ਤੋਂ ਆਉਂਦਾ ਉਹ ਬਿਜਲੀ ਚੁੰਬਕੀ ਤਰੰਗ ਰਾਹੀਂ ਆਪਣੇ ਕੋਲ ਪਹੁੰਚਦਾ ਹੈ। ਅਤੇ ਇਹ ਤੋਂ ਬਾਅਦ ਪ੍ਰਕਾਸ਼ ਦੀ ਚਾਲ ਕਿੰਨੀ ਹੁੰਦੀ ਹੈ? ਪ੍ਰਕਾਸ਼ ਦੀ ਚਾਲ ਹੁੰਦੀ ਹੈ 3 × 10⁸ ਮੀਟਰ ਪਰ ਸੈਕਿੰਡ। ਠੀਕ ਹੈ ਸਟੂਡੈਂਟਸ, ਅੱਗੇ ਦੇਖੋ, ਸਾਨੂੰ ਦਿਖਾਈ ਕਿਵੇਂ ਦਿੰਦਾ ਹੈ? ਠੀਕ ਹੈ ਸਟੂਡੈਂਟਸ, ਆਪਾਂ ਨੂੰ ਪਤਾ ਹੈ ਪ੍ਰਕਾਸ਼ ਦੀ ਮਦਦ ਨਾਲ ਸਾਨੂੰ ਦਿਖਾਈ ਦਿੰਦਾ ਹੈ। ਤਾਂ ਇਸ ਦਾ ਪ੍ਰੋਸੈਸ ਕੀ ਹੁੰਦਾ ਹੈ ਉਹ ਆਪਾਂ ਦੇਖਾਂਗੇ। ਕਹਿੰਦੇ ਜਦੋਂ ਪ੍ਰਕਾਸ਼ ਦੀ ਕਿਰਨ ਕਿਸੇ ਵਸਤੂ ਨਾਲ ਟਕਰਾ ਕੇ ਪਰਿਵਰਤਿਤ ਹੋਣ ਤੋਂ ਬਾਅਦ ਸਾਡੀ ਅੱਖ ਦੀ ਰੈਟੀਨਾ 'ਤੇ ਪੈਂਦੀ ਹੈ ਤਾਂ ਸਾਨੂੰ ਦਿਖਾਈ ਦਿੰਦਾ ਹੈ। ਦੇਖੋ ਤੁਸੀਂ ਡਾਇਗਰਾਮ 'ਚ, ਇਹ ਸੂਰਜ ਤੋਂ ਪ੍ਰਕਾਸ਼ ਦੀ ਕਿਰਨ ਆ ਰਹੀ ਹੈ, ਇਹ ਫੁੱਲ ਨਾਲ ਟਕਰਾ ਰਹੀ ਹੈ ਅਤੇ ਇਹ ਤੋਂ ਪਰਾਵਰਤਿਤ ਹੋ ਕੇ ਇਹ ਆਪਣੀ ਸਾਡੀ ਅੱਖ 'ਤੇ ਪੈ ਰਹੀ ਹੈ ਤਾਂ ਸਾਡੀ ਅੱਖ 'ਚ ਇਹਦਾ ਪ੍ਰਤੀਬਿੰਬ ਬਣਦਾ ਹੈ। ਇਸ ਤਰ੍ਹਾਂ ਸਾਨੂੰ ਦਿਖਾਈ ਦਿੰਦਾ ਹੈ। ਠੀਕ ਹੈ ਸਟੂਡੈਂਟਸ, ਅੱਗੇ ਦੇਖੋ, ਪ੍ਰਕਾਸ਼ ਦਾ ਪਰਿਵਰਤਨ। ਤਾਂ ਆਪਾਂ ਨੂੰ ਪਤਾ ਲੱਗਿਆ ਪ੍ਰਕਾਸ਼ ਕੀ ਹੁੰਦਾ। ਹੁਣ ਪ੍ਰਕਾਸ਼ ਦਾ ਪਰਿਵਰਤਨ ਕਿਵੇਂ ਹੁੰਦਾ ਉਹ ਆਪਾਂ ਦੇਖਾਂਗੇ। ਤਾਂ ਪ੍ਰਕਾਸ਼ ਦਾ ਪਰਿਵਰਤਨ ਹੁੰਦਾ ਹੈ ਪ੍ਰਕਾਸ਼ ਦੀ ਕਿਰਨ ਕਿਸੇ ਸਤਹ ਨਾਲ ਟਕਰਾ ਕੇ ਵਾਪਸ ਉਸੇ ਮਾਧਿਅਮ ਵਿੱਚ ਮੁੜਨ ਨੂੰ ਪ੍ਰਕਾਸ਼ ਦਾ ਪਰਿਵਰਤਨ ਕਹਿੰਦੇ ਨੇ। ਠੀਕ ਹੈ ਸਟੂਡੈਂਟਸ, ਜਿਵੇਂ ਕੋਈ ਪ੍ਰਕਾਸ਼ ਦੀ ਕਿਰਨ ਆਈ ਅਤੇ ਅੱਗੇ ਕੋਈ ਸਤਹ ਸੀ ਉਹਦੇ ਨਾਲ ਟਕਰਾਈ ਅਤੇ ਵਾਪਸ ਉਸੇ ਸਾਈਡ 'ਚ ਮੁੜ ਗਈ, ਇਸ ਨੂੰ ਆਪਾਂ ਕਹਾਂਗੇ ਪ੍ਰਕਾਸ਼ ਦਾ ਪਰਿਵਰਤਨ। ਅੱਗੇ ਦੇਖੋ, ਆਪਾਤੀ ਕਿਰਨ। ਜਦੋਂ ਪ੍ਰਕਾਸ਼ ਦਾ ਪਰਿਵਰਤਨ ਹੁੰਦਾ ਤਾਂ ਉਹ 'ਚ ਨਾ ਕੁਛ ਆਪਣੀ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਆਪਾਂ ਨੂੰ ਯਾਦ ਰੱਖਣੇ ਹੋਣੇ। ਸਭ ਤੋਂ ਪਹਿਲਾਂ ਆਪਾਤੀ ਕਿਰਨ ਕੀ ਹੁੰਦੀ ਹੈ, ਫਿਰ ਪਰਿਵਰਤਿਤ ਕਿਰਨ ਕੀ ਹੁੰਦੀ ਹੈ, ਅਭਿਲੰਬ ਕੀ ਹੁੰਦਾ, ਆਪਤਨ ਕੋਣ ਕੀ ਹੁੰਦਾ ਅਤੇ ਪਰਿਵਰਤਨ ਕੋਣ ਕੀ ਹੁੰਦਾ। ਇਹ ਸਾਨੂੰ ਸਾਰੀਆਂ ਚੀਜ਼ਾਂ ਯਾਦ ਰੱਖਣੀਆਂ ਪੈਂਦੀਆਂ ਨੇ। ਤਾਂ ਇਹ ਤੁਹਾਨੂੰ ਇਹ ਆਪਾਂ ਇੱਥੇ ਹੀ ਕਰ ਲੈਣੇ ਡਾਇਗਰਾਮ 'ਚ। ਦੇਖੋ ਤੁਸੀਂ ਥੱਲੇ, ਸਭ ਤੋਂ ਪਹਿਲਾਂ ਦੇਖੋ ਜਿਹੜੀ ਕਿਰਨ ਆ ਰਹੀ ਹੈ ਕਿਸੇ ਦਿਸ਼ਾ ਤੋਂ, ਕਿਸੇ ਵੀ ਦਿਸ਼ਾ ਤੋਂ, ਅਤੇ ਇਹਦੇ ਨਾਲ ਟਕਰਾ ਰਹੀ ਹੈ ਤਾਂ ਆਉਣ ਵਾਲੀ ਕਿਰਨ ਨੂੰ ਕੀ ਕਹਾਂਗੇ ਆਪਾਂ? ਆਪਾਤੀ ਕਿਰਨ। ਠੀਕ ਹੈ ਸਟੂਡੈਂਟਸ, ਅਤੇ ਜਦੋਂ ਟਕਰਾਉਣ ਤੋਂ ਬਾਅਦ ਇਹ ਪਰਿਵਰਤਿਤ ਹੋ ਕੇ ਮੁੜ ਗਈ, ਯਾਨੀ ਕਿ ਜਾਰੀ ਹੈ, ਪਰਿਵਰਤਿਤ ਹੋ ਕੇ ਮੁੜਨ ਵਾਲੀ ਕਿਰਨ ਨੂੰ ਕੀ ਕਹਾਂਗੇ ਆਪਾਂ? ਪਰਾਵਰਤਿਤ ਕਿਰਨ। ਠੀਕ ਹੈ ਸਟੂਡੈਂਟਸ, ਆਪਾਂ ਨੂੰ ਆਪਾਤੀ ਕਿਰਨ ਦਾ ਪਤਾ ਲੱਗਿਆ, ਪਰਾਵਰਤਿਤ ਕਿਰਨ ਦਾ ਪਤਾ ਲੱਗਿਆ। ਅਤੇ ਹੁਣ ਆਪਾਂ ਦੇਖਦੇ ਹਾਂ ਇਹ ਜਿਹੜੀ ਸਾਈਡ ਹੁੰਦੀ ਹੈ ਇਸ ਨੂੰ ਆਪਾਂ ਕਹਿੰਦੇ ਹਾਂ ਅਭਿਲੰਬ। ਅਭਿਲੰਬ ਕੀ ਹੁੰਦਾ? ਜਿਹੜਾ ਮੁੱਖ ਧੁਰੇ ਦੇ ਨਾਲ ਜਿਹੜਾ 90 ਡਿਗਰੀ ਦਾ ਐਂਗਲ ਹੈ ਨਾ, ਇਹ ਲਾਈਨ ਹੁੰਦੀ ਹੈ, ਇਸ ਨੂੰ ਆਪਾਂ ਕਹਿੰਦੇ ਹਾਂ ਅਭਿਲੰਬ। ਠੀਕ ਹੈ ਸਟੂਡੈਂਟਸ, ਅਭਿਲੰਬ ਤੋਂ ਬਾਅਦ ਹੋਰ ਆਪਾਂ ਨੂੰ ਕੀ ਚੀਜ਼ਾਂ ਹੈਗੀਆਂ ਨੇ? ਦੇਖੋ, ਆਪਾਂ ਨੇ ਆਪਾਤੀ ਕਿਰਨ ਕਰ ਲਈ, ਪਰਾਵਰਤਿਤ ਕਿਰਨ ਕਰ ਲਈ, ਅਭਿਲੰਬ ਆਪਾਂ ਨੂੰ ਪਤਾ ਲੱਗ। ਹੁਣ ਆਪਾਂ ਦੇਖਦੇ ਹਾਂ ਆਪਤਨ ਕੋਣ ਅਤੇ ਪਰਿਵਰਤਨ ਕੋਣ। ਆਪਤਨ ਕੋਣ ਅਤੇ ਪਰਿਵਰਤਨ ਕੋਣ ਕੀ ਹੁੰਦੇ? ਦੇਖੋ ਸਟੂਡੈਂਟਸ, ਤੁਹਾਨੂੰ ਡਾਇਗਰਾਮ 'ਚ ਸਮਝਾ ਰਿਹਾ ਮੈਂ। ਮੰਨ ਲਓ ਆਪਣੇ ਕੋਲ ਹੁੰਦਾ ਦਰਪਣ, ਠੀਕ ਹੈ, ਇਹ ਦਰਪਣ ਹੁੰਦਾ, ਇਹਦੀ ਇੱਕ ਸਾਈਡ ਪਾਲਿਸ਼ ਕੀਤੀ ਹੁੰਦੀ ਹੈ ਅਤੇ ਦੂਸਰੀ ਸਾਈਡ ਇਹ 'ਚ ਆਪਾਂ ਚੀਜ਼ ਦੇਖਦੇ ਹਾਂ ਇਹ ਹੁੰਦੀ ਹੈ, ਇਹ ਹੁੰਦਾ ਅਭਿਲੰਬ 90 ਡਿਗਰੀ ਦਾ। ਠੀਕ ਹੈ, ਅਭਿਲੰਬ ਕੀ ਹੁੰਦਾ ਕਿ ਜਿਹੜਾ ਮੁੱਖ ਧੁਰੇ ਨਾਲ ਬਣਿਆ 90 ਡਿਗਰੀ ਦੇ ਕੋਣ 'ਤੇ ਇੱਕ ਇਹ ਲਾਈਨ ਹੁੰਦੀ ਹੈ, ਇਹਨੂੰ ਆਪਾਂ ਅਭਿਲੰਬ ਕਹਿੰਦੇ ਹਾਂ। ਇਹ ਆ ਰਹੀ ਹੁੰਦੀ ਹੈ ਆਪਾਤੀ ਕਿਰਨ, ਜਿਹੜੀ ਆ ਰਹੀ ਹੈ ਆਪਾਤੀ ਕਿਰਨ, ਅਤੇ ਜਿਹੜੀ ਟਕਰਾਉਣ ਤੋਂ ਬਾਅਦ ਪਰਾਵਰਤਿਤ ਹੋ ਕੇ ਜਾ ਰਹੀ ਹੈ ਉਹ ਪਰਾਵਰਤਿਤ ਕਿਰਨ। ਅਤੇ ਆਪਾਤੀ ਕਿਰਨ ਦਾ ਅਭਿਲੰਬ ਨਾਲ ਬਣਿਆ ਕੋਣ ਕੀ ਹੁੰਦਾ? ਆਪਤਨ ਕੋਣ। ਇਹ ਤੋਂ ਬਾਅਦ ਤੁਸੀਂ ਇਹ ਦੇਖੋ, ਜਿਹੜੀ ਕਿਰਨ ਪਰਾਵਰਤਿਤ ਹੋ ਕੇ ਜਾ ਰਹੀ ਉਹਨੂੰ ਕੀ ਕਹਿੰਦੇ? ਪਰਾਵਰਤਿਤ ਕਿਰਨ। ਅਤੇ ਜਿਹੜਾ ਪਰਾਵਰਤਿਤ ਕਿਰਨ ਦਾ ਅਭਿਲੰਬ ਨਾਲ ਬਣਿਆ ਕੋਣ ਹੁੰਦਾ ਉਹਨੂੰ ਆਪਾਂ ਕੀ ਕਹਿੰਦੇ ਹਾਂ? ਪਰਾਵਰਤਨ ਕੋਣ। ਇਹਦੀ ਡੈਫੀਨੇਸ਼ਨ ਦੇਖੋ ਸਟੂਡੈਂਟਸ, ਵੀ ਜਿਹੜਾ ਆਪਾਤੀ ਕਿਰਨ ਦਾ ਅਭਿਲੰਬ ਨਾਲ ਬਣਿਆ ਕੋਣ ਆਪਤਨ ਕੋਣ, ਅਤੇ ਪਰਾਵਰਤਿਤ ਕਿਰਨ ਦਾ ਅਭਿਲੰਬ ਨਾਲ ਬਣਿਆ ਕੋਣ ਪਰਾਵਰਤਨ ਕੋਣ। ਠੀਕ ਹੈ ਸਟੂਡੈਂਟਸ, ਸਮਝ ਗਏ ਤੁਸੀਂ? ਇਹ ਤੋਂ ਅੱਗੇ ਦੇਖੋ ਆਪਣੇ ਕੋਲ ਕੀ ਅੱਗੇ, ਠੀਕ ਹੈ, ਆਪਾਤੀ ਕਿਰਨ। ਦੇਖੋ, ਆਪਾਤੀ ਕਿਰਨ, ਪਰਿਵਰਤਿਤ ਕਿਰਨ ਅਤੇ ਅਭਿਲੰਬ ਸਾਰੇ ਇੱਕ ਹੀ ਤਲ ਵਿੱਚ ਹੁੰਦੇ ਹਨ। ਮੈਂ ਤੁਹਾਨੂੰ ਡਾਇਗਰਾਮ 'ਚ ਹੁਣ ਦਿਖਾਇਆ ਸੀ, ਦੁਬਾਰਾ ਦੇਖੋ, ਇਹ ਹੁੰਦਾ ਅਭਿਲੰਬ, ਇਹ ਹੋ ਗਈ ਆਪਾਤੀ ਕਿਰਨ, ਇਹ ਹੋ ਗਈ ਪਰਾਵਰਤਿਤ ਕਿਰਨ। ਅਤੇ ਇਹ ਤਿੰਨ ਇੱਕ ਹੀ ਸਾਈਡ ਨੇ ਨਾ, ਤਾਂ ਸਾਰੇ ਇੱਕ ਹੀ ਤਲ ਵਿੱਚ ਹੁੰਦੇ ਨੇ, ਇਹੀ ਕਿਹਾ ਗਿਆ।
ਇਹ ਤੋਂ ਬਾਅਦ ਦੇਖੋ ਆਪਤਨ ਕੋਣ ਤੇ ਪਰਾਵਰਤਨ ਕੋਣ ਬਰਾਬਰ ਹੁੰਦੇ ਨੇ। ਇਹ ਹੋ ਗਿਆ ਦਰਪਣ, ਇਹ ਹੋ ਗਿਆ ਅਭਿਲੰਬ, ਤੇ ਜਿੰਨਾ ਆਪਤਨ ਕੋਣ ਹੋਏਗਾ ਉਨਾ ਹੀ ਪਰਾਵਰਤਨ ਕੋਣ ਹੋਏਗਾ। ਇਹ ਦੋਨੋਂ ਬਰਾਬਰ ਹੋਣਗੇ, ਇਹ ਕੋਣ ਤੇ ਇਹ ਕੋਣ ਹਮੇਸ਼ਾ ਹੀ ਬਰਾਬਰ ਹੁੰਦੇ ਨੇ, ਇਹੀ ਗੱਲ ਕਹੀ ਗਈ ਹੈ। ਅੱਗੇ ਦੇਖੋ ਸਮਤਲ ਦਰਪਣ। ਸਮਤਲ ਦਰਪਣ ਦਾ ਭਾਵ ਹੁੰਦਾ ਸਮਤਲ ਆਕਾਰ ਦਾ ਦਰਪਣ, ਭਾਵ ਸਿੱਧਾ ਦਰਪਣ। ਇਹ ਬਿਲਕੁਲ ਸਿੱਧਾ ਹੁੰਦਾ ਹੈ, ਇਹ ਨਾ ਬਿਲਕੁਲ ਸਿੱਧਾ ਹੁੰਦਾ ਹੈ। ਜਿਹੜੇ ਆਪਾਂ ਘਰਾਂ 'ਚ ਵਰਤਦੇ ਹਾਂ ਦਰਪਣ, ਇਹਦੀ ਖਾਸੀਅਤ ਕੀ ਹੁੰਦੀ ਹੈ? ਇੱਕ ਤਾਂ ਇਹ ਹੋ ਗਿਆ ਵੀ ਇਹ ਸਿੱਧਾ ਹੁੰਦਾ ਹੈ। ਅੱਗੇ ਇਹਦੀ ਖਾਸੀਅਤ ਦੇਖੋ, ਲੱਛਣ ਕੀ ਨੇ ਇਹਦੇ? ਇਹਦਾ ਪ੍ਰਤੀਬਿੰਬ ਹੁੰਦਾ ਨਾ, ਉਹ ਅਸਲੀ ਨਹੀਂ ਹੁੰਦਾ, ਉਹ ਆਭਾਸੀ ਹੁੰਦਾ। ਆਭਾਸੀ ਭਾਵ ਵਿਰਚੁਅਲ ਹੁੰਦਾ। ਨੈਕਸਟ, ਇਹਦਾ ਪ੍ਰਤੀਬਿੰਬ ਸਿੱਧਾ ਬਣਦਾ। ਦੇਖੋ ਇਹ ਵੀ ਮੁੰਡਾ ਸਿੱਧਾ ਖੜ੍ਹਾ ਅਤੇ ਉਹ ਵੀ ਸਿੱਧਾ ਖੜ੍ਹਾ। ਤੀਜੀ ਗੱਲ, ਇਹਦਾ ਪ੍ਰਤੀਬਿੰਬ ਹੈਗਾ ਜਿਹੜਾ ਉਹ ਪਾਸੇ ਦਾ ਉਲਟ ਬਣਦਾ। ਪਾਸੇ ਦਾ ਉਲਟ ਕਿਵੇਂ? ਭਾਵ ਇਹਦਾ ਤਾਂ ਇਹ ਰਾਈਟ ਹੈਂਡ ਹੈ ਅਤੇ ਉਹਦਾ ਲੈਫਟ ਹੈਂਡ ਹੈ ਨਾ। ਇਸੇ ਕਰਕੇ ਆਪਾਂ ਕਹਿੰਦੇ ਹਾਂ ਇਹ ਪਾਸੇ ਦਾ ਉਲਟ ਬਣਦਾ। ਇਹ ਤੋਂ ਬਾਅਦ ਇਹਦਾ ਜਿਹੜਾ ਆਕਾਰ ਹੈ, ਇਹਦਾ ਜਿਹੜਾ ਆਕਾਰ ਹੈ, ਮੰਨ ਲਓ ਤੁਸੀਂ ਇਸ ਮੁੰਡੇ ਦਾ ਆਕਾਰ ਲਾ ਲਓ ਅਤੇ ਇਸ ਮੁੰਡੇ ਦਾ ਆਕਾਰ ਲਾ ਲਓ, ਇਹ ਦੋਨੇ ਬਰਾਬਰ ਹੋਣਗੇ, ਹਮੇਸ਼ਾ ਹੀ ਆਕਾਰ ਬਰਾਬਰ ਹੁੰਦਾ। ਅਤੇ ਦੂਰੀ, ਇਹਦੀ ਮਿਰਰ ਤੋਂ ਦੂਰੀ ਅਤੇ ਉਸ ਮੁੰਡੇ ਦੀ ਮਿਰਰ ਤੋਂ ਦੂਰੀ ਬਰਾਬਰ ਹੋਏਗੀ। ਠੀਕ ਹੈ ਸਟੂਡੈਂਟਸ, ਇਹਦੇ ਲੱਛਣ ਸੀਗੇ। ਦੇਖ ਲਓ, ਪ੍ਰਤੀਬਿੰਬ ਆਭਾਸੀ ਬਣਦਾ, ਸਿੱਧਾ ਬਣਦਾ, ਪਾਸੇ ਦਾ ਉਲਟ ਬਣਦਾ, ਬਰਾਬਰ ਆਕਾਰ ਦਾ ਬਣਦਾ ਅਤੇ ਦੂਰੀ ਸਮਾਨ ਹੁੰਦੀ ਹੈ। ਸਮਤਲ ਦਰਪਣ ਤੋਂ ਬਾਅਦ ਦੇਖੋ ਗੋਲਾਕਾਰ ਦਰਪਣ। ਗੋਲਾਕਾਰ ਦਰਪਣ ਕਿਹੜੇ ਹੁੰਦੇ ਆ? ਇੱਕ ਖੋਖਲੇ ਗੋਲੇ ਦਾ ਹਿੱਸਾ ਹੁੰਦਾ ਹੈ ਜਿਸ ਦੀ ਇੱਕ ਸਾਈਡ ਪਾਲਿਸ਼ ਕੀਤੀ ਹੁੰਦੀ ਹੈ ਅਤੇ ਦੂਜੀ ਸਾਈਡ ਪਰਾਵਰਤਨ ਹੁੰਦਾ, ਦੂਜੀ ਸਾਈਡ 'ਤੇ ਪਰਾਵਰਤਨ ਹੁੰਦਾ। ਦੇਖੋ ਸਟੂਡੈਂਟਸ, ਇਹ ਇੱਦਾਂ ਹੁੰਦਾ ਗੋਲਾਕਾਰ, ਇੱਕ ਮੰਨ ਲਓ ਗੋਲਾਕਾਰ ਦਰਪਣ ਹੈ, ਠੀਕ ਹੈ, ਅਤੇ ਇਹਨੂੰ ਆਪਾਂ ਕੱਟ ਲਿਆ ਵਿਚਾਲੋਂ ਜਾਂ ਕਿਸੇ ਵੀ ਸਾਈਡ ਤੋਂ, ਤਾਂ ਇੱਥੇ ਕੀ ਰਹਿ ਗਿਆ? ਇੰਨਾ ਰਹਿ ਗਿਆ। ਅਤੇ ਜੇ ਆਪਾਂ ਇਹਨੂੰ ਬਾਹਰੋਂ ਪੋਲਿਸ਼ ਕਰਤੀ ਤਾਂ ਇਹ ਕੀ ਬਣ ਗਿਆ? ਕਿਹੜਾ ਦਰਪਣ ਬਣ ਗਿਆ? ਤਾਂ ਇਹ ਬਣ ਗਿਆ ਆਪਣਾ ਅਵਤਲ ਦਰਪਣ। ਅਤੇ ਜੇ ਇਹਨੂੰ ਆਪਾਂ ਇੱਦਾਂ ਕਰ ਦਿੰਦੇ, ਇਹਨੂੰ ਆਪਾਂ ਅੰਦਰਲੀ ਸਾਈਡ ਤੋਂ ਪੋਲਿਸ਼ ਕਰ ਦਿੰਦੇ ਤਾਂ ਇਹ ਕੀ ਬਣ ਜਾਂਦਾ? ਉੱਤਲ ਦਰਪਣ। ਠੀਕ ਹੈ ਸਟੂਡੈਂਟਸ, ਤਾਂ ਦੇਖੋ ਅੱਗੇ ਆਪਾਂ ਦੇਖਦੇ ਹਾਂ। ਇਹ ਦੋ ਤਰ੍ਹਾਂ ਦਾ ਹੁੰਦਾ ਜਿਹੜਾ ਗੋਲਾਕਾਰ ਦਰਪਣ ਹੁੰਦਾ। ਪਹਿਲਾ ਅਵਤਲ ਦਰਪਣ, ਦੂਸਰਾ ਉੱਤਲ ਦਰਪਣ। ਇਹ ਯਾਦ ਕਰਨ ਦੇ ਇੱਕ ਕਨਕੇਵ ਹੈ, ਇੱਕ ਕਨਵੈਕਸ ਹੈ। ਕਈ ਵਾਰ ਯਾਦ ਨਹੀਂ ਰਹਿੰਦਾ ਆਪਾਂ ਨੂੰ ਕਨਕੇਵ ਕਿਹੜਾ ਹੁੰਦਾ ਅਤੇ ਕਨਵੈਕਸ ਕਿਹੜਾ ਹੁੰਦਾ। ਇਹ ਯਾਦ ਕਰਨ ਦੀ ਤੁਹਾਨੂੰ ਸੌਖਾ ਤਰੀਕਾ ਦੱਸਦਾ ਮੈਂ, ਡਾਇਗਰਾਮ ਬਣਾ ਲਿਆ ਕਰੋ ਇਹਦਾ। ਇੱਕ ਤਾਂ ਹੋ ਗਿਆ ਇੱਦਾਂ ਦਾ ਦਰਪਣ, ਠੀਕ ਹੈ, ਭਾਵ ਜਿਹਦੇ ਅੰਦਰ ਗੁਫਾ ਦੇ ਆਕਾਰ ਜਿਹਾ ਬਣਾ ਹੁੰਦਾ। ਗੁਫਾ ਮਤਲਬ ਕੇਵ, ਗੁਫਾ ਨੂੰ ਆਪਾਂ ਕੇਵ ਕਹਿੰਦੇ ਨਾ, ਤਾਂ ਇਸ ਨੂੰ ਆਪਾਂ ਕਹਿੰਦੇ ਹਾਂ ਕਨਕੇਵ। ਠੀਕ ਹੈ, ਕਨਕੇਵ ਮਿਰਰ। ਅਤੇ ਦੂਜਾ ਹੋ ਗਿਆ ਕਨਵੈਕਸ ਮਿਰਰ। ਕਨਵੈਕਸ ਮਿਰਰ ਇਹ ਤੋਂ ਉਲਟਾ ਹੋਏਗਾ, ਤਾਂ ਤੁਹਾਨੂੰ ਪਤਾ ਹੀ ਹੈ ਬਈ ਜਿਹੜਾ ਇੱਦਾਂ ਹੋਏਗਾ ਬਈ ਅੰਦਰਲੀ ਸਾਈਡ ਤੋਂ ਪਾਲਿਸ਼ ਕੀਤਾ ਹੋਏਗਾ ਅਤੇ ਬਾਹਰਲੀ ਸਾਈਡ ਉੱਭਰਿਆ ਹੋਏਗਾ, ਉਹਨੂੰ ਆਪਾਂ ਕਹਿੰਦੇ ਹਾਂ ਕਨਵੈਕਸ ਮਿਰਰ। ਇਹ ਆਪਾਂ ਨੇ ਕਰ ਲਿਆ ਸਟੂਡੈਂਟਸ। ਅੱਗੇ ਦੇਖੋ ਕੁਛ ਇਹਦੇ ਹੈਗੇ ਨੇ ਇਹ 'ਚ ਭਲਾ ਕੀ ਹੁੰਦੇ ਨੇ ਇਹ 'ਚ ਗੋਲਾਕਾਰ ਦਰਪਣ 'ਚ। ਤਾਂ ਦੇਖੋ ਸਭ ਤੋਂ ਪਹਿਲਾਂ ਸੈਂਟਰ ਆਫ ਕਰਵੇਚਰ, ਭਾਵ ਵਕਰਤਾ ਕੇਂਦਰ। ਵਕਰਤਾ ਕੇਂਦਰ ਕੀ ਹੁੰਦਾ ਹੈ? ਉਸ ਖੋਖਲੇ ਗੋਲੇ ਦਾ ਕੇਂਦਰ ਹੁੰਦਾ ਹੈ ਜਿਸ ਦਾ ਦਰਪਣ ਹਿੱਸਾ ਹੁੰਦਾ ਹੈ। ਪਹਿਲਾਂ ਤੁਸੀਂ ਪੜ੍ਹ ਲਓ ਅਤੇ ਫਿਰ ਤੁਹਾਨੂੰ ਬਾਅਦ 'ਚ ਆਪਾਂ ਸਾਰੀ ਚੀਜ਼ਾਂ ਸਮਝਾਵਾਂਗੇ। ਧਰੁਵ ਕੀ ਹੁੰਦਾ ਹੈ? ਦਰਪਣ ਦਾ ਮੱਧ ਬਿੰਦੂ ਹੁੰਦਾ ਹੈ ਧਰੁਵ। ਦਰਪਣ ਦਾ ਮੱਧ ਬਿੰਦੂ ਹੁੰਦਾ ਹੈ ਧਰੁਵ, ਇਹਨੂੰ ਪੋਲ ਵੀ ਕਹਿੰਦੇ ਆ। ਅੱਗੇ ਪ੍ਰਿੰਸੀਪਲ ਐਕਸਿਸ ਭਾਵ ਮੁੱਖ ਧੁਰਾ ਕੀ ਹੁੰਦੀ ਹੈ? ਉਹ ਰੇਖਾ ਜੋ ਧਰੁਵ ਵਿੱਚੋਂ ਨਿਕਲਦੀ ਹੈ ਉਹਨੂੰ ਆਪਾਂ ਕਹਿੰਦੇ ਹਾਂ ਪ੍ਰਿੰਸੀਪਲ ਐਕਸਿਸ ਭਾਵ ਮੁੱਖ ਧੁਰਾ। ਰੇਡੀਅਸ ਆਫ ਕਰਵੇਚਰ ਯਾਨੀ ਕਿ ਵਕਰ ਦਾ ਅਰਧ ਵਿਆਸ ਕੀ ਹੁੰਦਾ ਹੈ? ਉਸ ਖੋਖਲੇ ਗੋਲੇ ਦਾ ਅਰਧ ਵਿਆਸ ਜਿਸ ਦਾ ਦਰਪਣ ਹਿੱਸਾ ਹੁੰਦਾ ਹੈ। ਮੁੱਖ ਫੋਕਸ ਕੀ ਹੁੰਦੀ ਹੈ ਅਤੇ ਫੋਕਸ ਲੈਂਥ ਕੀ ਹੁੰਦੀ ਹੈ? ਸਾਰੀ ਚੀਜ਼ਾਂ ਦੇਖ ਲਓ, ਤੁਹਾਨੂੰ ਕਰਾ ਰਹੇ ਆਪਾਂ ਡਾਇਗਰਾਮ 'ਚ। ਦੇਖੋ ਇਹ ਆਪਣੇ ਕੋਲ ਇੱਕ ਦਰਪਣ ਹੈ। ਕਿਹੜਾ ਦਰਪਣ ਹੈ? ਕਨਕੇਵ ਭਾਵ ਅਵਤਲ ਦਰਪਣ। ਇਹ ਕੋਈ ਕਿਰਨ ਆ ਰਹੀ ਹੈ, ਇਹਦੇ ਨਾਲ ਟਕਰਾ ਗਈ। ਇਹ ਕੋਈ ਕਿਰਨ ਆ ਰਹੀ ਹੈ, ਇਹਦੇ ਨਾਲ ਟਕਰਾ ਗਈ। ਇੱਧਰ ਮੁੜੂਗੀ, ਇਹ ਉੱਧਰ ਮੁੜੂਗੀ, ਸਾਰੀਆਂ ਇੱਧਰ ਮੁੜੂਗੀਆਂ ਨਾ। ਇਹ ਕੋਈ ਕਿਰਨ ਆ ਰਹੀ ਹੈ, ਇਸ ਤਰ੍ਹਾਂ ਮੁੜੂਗੀ। ਇਹ ਕੋਈ ਕਿਰਨ ਆ ਰਹੀ ਹੈ, ਇਸ ਤਰ੍ਹਾਂ ਮੁੜੂਗੀ। ਤਾਂ ਸਾਰੀਆਂ ਇੱਕ ਪੁਆਇੰਟ 'ਤੇ ਇਹ ਇਕੱਠੀਆਂ ਹੋਣਗੀਆਂ। ਅਤੇ ਜਿੱਥੇ ਸਾਰੀਆਂ ਕਿਰਨਾਂ ਪਰਾਵਰਤਿਤ ਹੋਣ ਤੋਂ ਬਾਅਦ ਮਿਲਣ, ਉਸ ਚੀਜ਼ ਨੂੰ ਆਪਾਂ ਕਹਿੰਦੇ ਹਾਂ ਜਾਂ ਫਿਰ ਉਸ ਬਿੰਦੂ ਨੂੰ ਆਪਾਂ ਕਹਿੰਦੇ ਹਾਂ ਫੋਕਸ ਬਿੰਦੂ। ਠੀਕ ਹੈ, ਫੋਕਸ ਬਿੰਦੂ ਯਾਨੀ ਕਿ ਫੋਕਸ ਪੁਆਇੰਟ। ਤਾਂ ਇਹਦਾ ਫੋਕਸ ਪੁਆਇੰਟ ਕਿੱਥੇ ਹੁੰਦਾ? ਤੁਹਾਨੂੰ ਫੋਕਸ ਬਿੰਦੂ ਦਾ ਪਤਾ ਲੱਗਿਆ। ਅਤੇ ਫੋਕਸ ਬਿੰਦੂ ਤੋਂ ਬਾਅਦ ਦੇਖੋ ਤੁਸੀਂ ਕਿ ਜਿਹੜਾ ਇਹਦੀ ਮੁੱਖ ਧੁਰਾ ਹੁੰਦੀ ਹੈ, ਤੁਸੀਂ ਦੇਖੋ ਇਹ ਕਿਰਨਾਈ ਪਰਾਵਰਤਿਤ ਹੋਊਗੀ ਨਾ। ਇਹ ਕਿਰਨਾਈ ਪਰਾਵਰਤਿਤ ਹੋਊਗੀ, ਇਹ ਵੀ ਹੋਊਗੀ।
ਤਾਂ ਇਹ ਕਿਰਨ आई ਇਹ ਵੀ ਥੋੜੀ ਜਿਹੀ ਪਰਾਵਰਤਿਤ ਹੋਊਗੀ। ਕਿਹੜੀ ਕਿਰਨ ਪਰਾਵਰਤਿਤ ਨਹੀਂ ਹੁੰਦੀ? ਜਿਹੜੀ ਇਹਦੇ ਬਿਲਕੁਲ ਸੈਂਟਰ ਵਿੱਚੋਂ ਨਿਕਲਦੀ ਹੋਈ। ਤਾਂ ਜਿਹੜੀ ਬਿਲਕੁਲ ਸੈਂਟਰ ਵਿੱਚੋਂ ਨਿਕਲਦੀ ਹੋਈ ਉਸ ਲਾਈਨ ਨੂੰ ਆਪਾਂ ਕਹਿੰਦੇ ਹਾਂ ਮੁੱਖ ਧੁਰਾ। ਕੀ ਕਹਿੰਦੇ ਆ? ਮੁੱਖ ਧੁਰਾ। ਤੁਸੀਂ ਨਾਲ ਨਾਲ ਆਪਣੇ ਨੋਟਸ 'ਚ ਲਿਖਦੇ ਚਲੋ ਵੀ ਕਿਹੜਾ ਹੀ ਕੀ ਹੁੰਦੀ ਹੈ। ਤਾਂ ਜਿਹੜੀ ਬਿਲਕੁਲ ਸਿੱਧੀ ਨਿਕਲ ਜੀ ਲਾਈਨ ਉਹਨੂੰ ਆਪਾਂ ਕਹਿੰਦੇ ਮੁੱਖ ਧੁਰਾ। ਅਤੇ ਫੋਕਸ ਮੈਂ ਤੁਹਾਨੂੰ ਦੱਸਤਾ। ਅਤੇ ਫੋਕਸ ਤੋਂ ਬਾਅਦ ਮੰਨ ਲਓ ਇਹ ਹੁੰਦੀ ਹੈ ਜੀ ਫੋਕਸ। ਜਿਹੜਾ ਫੋਕਸ ਤੋਂ ਡਬਲ ਹੁੰਦਾ ਇੱਥੇ ਜੀ ਉਹ ਹੁੰਦਾ ਇਹਦਾ ਅਰਧ ਵਿਆਸ, ਜਾਂ ਫਿਰ ਅਰਧ ਵਿਆਸ ਤਾਂ ਇਹ ਹੋ ਗਿਆ ਇੱਥੋਂ ਲੈ ਕੇ ਇੱਥੇ ਤੱਕ, ਇਹਨੂੰ ਆਪਾਂ ਕਹਿ ਸਕਦੇ ਹਾਂ ਕੇਂਦਰ। ਇਹ ਕੇਂਦਰ ਕਿਉਂ ਕਿਹਾ ਜਾਂਦਾ? ਕਿਉਂਕਿ ਜਿਹੜਾ ਆਪਣੇ ਕੋਲ ਦਰਪਣ ਹੁੰਦਾ, ਜੇ ਆਪਾਂ ਉਹਨੂੰ ਪੂਰਾ ਇੱਕ ਗੋਲਾ ਬਣਾਈਏ, ਮੰਨ ਲਓ ਆਪਾਂ ਨੇ ਗੋਲਾ ਬਣਾਤਾ ਤਾਂ ਇਹਦਾ ਕੇਂਦਰ ਇੱਥੇ ਜੀ ਹੋਊਗਾ। ਇਸ ਕਰਕੇ ਇਸ ਨੂੰ ਆਪਾਂ ਕਹਿੰਦੇ ਹਾਂ ਕਿ ਕੇਂਦਰ ਉਹ ਪੁਆਇੰਟ ਹੁੰਦਾ ਜਿਹੜਾ ਕਿ ਮੰਨ ਲਓ ਜਿਹੜਾ ਆਪਣੇ ਖੋਖਲੇ ਦਰਪਣ 'ਚੋਂ ਇਹ ਹਿੱਸਾ ਹੈਗਾ ਉਸ ਦਾ ਕੇਂਦਰ ਹੀ ਇਸ ਦਾ ਕੇਂਦਰ ਵੀ ਮੰਨਿਆ ਜਾਊਗਾ। ਅਤੇ ਅਰਧ ਵਿਆਸ ਕਿੰਨਾ ਹੋ ਗਿਆ? ਫਿਰ ਕੇਂਦਰ ਤੋਂ ਲੈ ਕੇ ਕਿਸੇ ਵੀ ਇੱਕ ਸਾਈਡ ਤੱਕ ਦੀ ਦੂਰੀ, ਤਾਂ ਇਹ ਹੋ ਗਿਆ ਇਹਦਾ ਅਰਧ ਵਿਆਸ। ਫੋਕਸ ਦੂਰੀ ਕਿਹੜੀ ਹੋਗੀ? ਇਹਦਾ ਅੱਧੀ। ਤਾਂ ਇਸ ਕਰਕੇ ਆਪਾਂ ਇਹਦਾ ਰੇਡੀਅਸ ਨੂੰ 2f ਦੇ ਬਰਾਬਰ ਲਿਖਦੇ ਹਾਂ, ਯਾਨੀ ਕਿ ਜੇ ਫੋਕਸ ਦੂਰੀ ਨੂੰ 2 ਨਾਲ ਗੁਣਾ ਕਰ ਦਈਏ ਨਾ ਤਾਂ ਇਹਦਾ ਰੇਡੀਅਸ ਦੇ ਬਰਾਬਰ ਬਣ ਜਾਂਦੀ ਹੈ। ਠੀਕ ਹੈ ਸਟੂਡੈਂਟਸ, ਅੱਗੇ ਦੇਖੋ ਆਪਣੇ ਕੋਲ ਹੋਰ ਕੀ ਕੀ ਚੀਜ਼ ਹੈ। ਆਪਾਂ ਨੇ ਫੋਕਸ ਕਰ ਲਿਆ ਵੀ ਜਿੱਥੇ ਸਾਰੀਆਂ ਚੀਜ਼ਾਂ ਜਿਹੜੀਆਂ ਸਾਰੀਆਂ ਕਿਰਨਾਂ ਮਤਲਬ ਪ੍ਰਾਪਤ ਹੋਣ ਤੋਂ ਬਾਅਦ ਮਿਲਦੀਆਂ ਨੇ ਉਹਨੂੰ ਮੁੱਖ ਫੋਕਸ ਕਿਹਾ ਜਾਂਦਾ। ਅਤੇ ਦਰਪਣ ਤੋਂ ਲੈ ਕੇ ਇਹ ਸੀ ਆਪਣੇ ਕੋਲ ਮੁੱਖ ਫੋਕਸ ਮੰਨ ਲਓ, ਅਤੇ ਦਰਪਣ ਤੋਂ ਲੈ ਕੇ ਇੱਥੇ ਤੱਕ ਦੀ ਦੂਰੀ ਨੂੰ ਕੀ ਕਿਹਾ ਜਾਂਦਾ? ਫੋਕਸ ਦੂਰੀ। ਇਹ ਵੀ ਆਪਾਂ ਨੂੰ ਪਤਾ ਲੱਗ ਗਿਆ। ਹੋਰ ਕੀ ਹੁੰਦਾ? ਰੇਡੀਅਸ ਆਪਾਂ ਨੂੰ ਪਤਾ ਲੱਗਿਆ ਕਿ ਉਸ ਖੋਖਲੇ ਗੋਲੇ ਦਾ ਅਰਧ ਵਿਆਸ ਜਿਸ ਦਾ ਦਰਪਣ ਕਦੇ ਹਿੱਸਾ ਸੀ। ਮੁੱਖ ਧੁਰਾ ਆਪਾਂ ਨੂੰ ਪਤਾ ਲੱਗ ਗਿਆ ਕਿ ਉਹ ਰੇਖਾ ਜਿਹੜੀ ਬਿਲਕੁਲ ਸਿੱਧੀ ਨਿਕਲ ਜੇ, ਉਹ ਕੋਈ ਪਰਿਵਰਤਿਤ ਹੋਣ ਤੋਂ ਬਾਅਦ ਉਹਦਾ ਕੋਈ ਹੋਰ ਕੋਣ ਨਹੀਂ ਬਣਦਾ, ਉਹ ਬਿਲਕੁਲ ਸਿੱਧੀ ਨਿਕਲ ਜਾਂਦੀ ਹੈ। ਧਰੁਵ ਜਾਂ ਸ਼ੀਰਸ ਇਹ ਨਹੀਂ ਆਪਾਂ ਨੇ ਕੀਤਾ, ਇਹ ਦੇਖ ਲਓ ਤੁਸੀਂ ਦੁਬਾਰੇ। ਧਰੁਵ ਕੀ ਹੁੰਦਾ? ਇਹ ਹੋ ਗਿਆ ਆਪਣਾ ਦਰਪਣ, ਠੀਕ ਹੈ। ਅਤੇ ਇਹ ਹੁੰਦਾ ਇਹਦਾ ਧਰੁਵ ਬਿਲਕੁਲ ਇਹਦਾ ਮੱਧ ਬਿੰਦੂ। ਇਹਦੇ ਮੱਧ ਬਿੰਦੂ ਨੂੰ ਕੀ ਕਹਿੰਦਾ? ਇੱਥੇ ਹੀ ਹੁੰਦਾ, ਇਹਨੂੰ ਕਹਿੰਦਾ ਪੋਲ ਜਾਂ ਮੱਧ ਬਿੰਦੂ, ਜਿੱਥੋਂ ਮੁੱਖ ਧੁਰਾ ਨਿਕਲਦੀ ਹੈ। ਜਿੱਥੋਂ ਮੁੱਖ ਧੁਰਾ ਨਿਕਲਦੀ ਹੈ ਨਾ ਉਸ ਨੂੰ ਕਹਿੰਦਾ ਪੋਲ ਜਾਂ ਮੱਧ ਬਿੰਦੂ, ਯਾਨੀ ਕਿ ਆਪਣਾ ਧਰੁਵ। ਅਤੇ ਸੈਂਟਰ ਭਾਵ ਕੇਂਦਰ। ਕੇਂਦਰ ਕਿਹਦਾ? ਉਸ ਖੋਖਲੇ ਗੋਲੇ ਦਾ ਜਿਸ ਦਾ ਕਦੇ ਆਪਣਾ ਦਰਪਣ ਹਿੱਸਾ ਸੀਗਾ। ਠੀਕ ਹੈ ਸਟੂਡੈਂਟਸ, ਅੱਗੇ ਦੇਖੋ ਜਿਹੜੇ ਗੋਲਾਕਾਰ ਦਰਪਣ ਨੇ ਉਹਨਾਂ ਦੇ ਆਪਾਂ ਅੱਗੇ ਟਾਈਪ ਕਰ ਰਹੇ ਹਾਂ ਅਵਤਲ ਦਰਪਣ। ਪਹਿਲਾਂ ਅਵਤਲ ਦਰਪਣ। ਅਵਤਲ ਦਰਪਣ ਕਿਹੜਾ ਹੁੰਦਾ? ਇਹ ਹੁੰਦਾ ਅਵਤਲ ਦਰਪਣ। ਦੇਖੋ ਇਹ ਬਾਹਰਲੀ ਸਾਈਡ ਤੋਂ ਪੋਲਿਸ਼ ਕੀਤਾ ਗਿਆ ਅਤੇ ਅੰਦਰਲੀ ਸਾਈਡ ਤੋਂ ਸਾਈਨੀ ਸਾਈਡ ਹੈ ਇਹਦੀ ਅੰਦਰਲੀ। ਇੱਥੋਂ ਕੀ ਹੁੰਦਾ? ਪਰਾਵਰਤਨ ਹੁੰਦਾ। ਮਤਲਬ ਇੱਧਰੋਂ ਆਉਂਦੀ ਹੈ ਕੋਈ ਚੀਜ਼ ਤਾਂ ਇੱਧਰ ਚਲੀ ਜਾਂਦੀ ਹੈ, ਯਾਨੀ ਕਿ ਜੇ ਆਪਾਂ ਨੇ ਮੂੰਹ ਦੇਖਣਾ ਨਾ ਆਪਣਾ ਤਾਂ ਆਪਾਂ ਨੂੰ ਇੱਧਰਲੀ ਸਾਈਡ ਦਿਖੇਗਾ। ਠੀਕ ਹੈ, ਆਪਾਂ ਦੇਖਦੇ ਹਾਂ ਇਹਦੇ ਬਾਰੇ। ਆਪਾਂ ਨੂੰ ਪਤਾ ਹੀ ਹੈ ਜਿਹੜਾ ਇਹ ਤੁਸੀਂ ਦੇਖ ਹੀ ਸਕਦੇ ਹੋ ਵੀ ਗੁਫਾ ਦੇ ਆਕਾਰ ਦਾ, ਇਸ ਨੂੰ ਆਪਾਂ ਕਨਕੇਵ ਕਹਿੰਦੇ ਹਾਂ। ਤਾਂ ਇਹਦੀ ਅੱਗੇ ਦੇਖ ਲੈਂਦੇ ਹਾਂ ਆਪਾਂ ਲੱਛਣ। ਲੱਛਣ ਕੀ ਹੁੰਦੇ ਆ? ਪ੍ਰਤੀਬਿੰਬ ਵਾਸਤਵਿਕ ਬਣਦਾ ਹੈ। ਜਿਹੜਾ ਅਵਤਲ ਦਰਪਣ ਦਾ ਪ੍ਰਤੀਬਿੰਬ ਹੁੰਦਾ ਹੈ ਉਹ ਹਮੇਸ਼ਾ ਵਾਸਤਵਿਕ ਬਣਦਾ ਹੈ ਅਤੇ ਉਲਟਾ ਬਣਦਾ। ਹਮੇਸ਼ਾ ਤਾਂ ਨਹੀਂ ਉਲਟਾ ਬਣਦਾ, ਤੁਹਾਨੂੰ ਦੱਸਾਂਗੇ ਅੱਗੇ, ਪਰ ਜ਼ਿਆਦਾਤਰ ਕੀ ਬਣਦਾ? ਉਲਟਾ ਬਣਦਾ। ਅਤੇ ਵਾਸਤਵਿਕ ਦਾ ਕੀ ਮਤਲਬ ਹੁੰਦਾ ਹੈ? ਆਪਾਂ ਅਕਸਰ ਦੇਖਦੇ ਹਾਂ ਵਾਸਤਵਿਕ, ਆਭਾਸੀ, ਉਹਨਾਂ ਦਾ ਅਸਲ ਵਿੱਚ ਮਤਲਬ ਕੀ ਹੁੰਦਾ ਹੈ ਉਹ ਤੁਸੀਂ ਦੇਖੋ, ਮੈਂ ਤੁਹਾਨੂੰ ਸਮਝਾ ਰਿਹਾ। ਮੰਨ ਲਓ ਆਪਣੇ ਕੋਲ ਕੀ ਹੈ? ਦਰਪਣ ਇੱਕ, ਇਹ ਦਰਪਣ ਹੈ, ਕੋਈ ਕਿਰਨ ਆਈ ਇੱਥੇ ਟਕਰਾ ਗਈ, ਦੂਜੀ ਕਿਰਨ ਆਈ ਇੱਥੇ ਟਕਰਾ ਗਈ। ਠੀਕ ਹੈ, ਤਾਂ ਇੱਥੇ ਕੀ ਬਣੇਗਾ? ਮੰਨ ਲਓ ਇਹ ਕੋਈ ਵਸਤੂ ਪਈ ਸੀ, ਇਹ ਕੋਈ ਵਸਤੂ ਹੈ, ਮੰਨ ਲਓ ਕੋਈ ਵੀ ਖੜਾ ਹੈ, ਅਤੇ ਉਹਦੀਆਂ ਇਹ ਕਿਰਨਾਂ ਆਈਆਂ ਇੱਥੇ ਟਕਰਾ ਕੇ ਵਾਪਸ ਮੁੜ ਗਈਆਂ ਅਤੇ ਅਸਲ 'ਚ ਮਿਲ ਗਈਆਂ। ਦੇਖੋ ਕਿਉਂਕਿ ਉੱਧਰ ਤਾਂ ਜਾ ਨਹੀਂ ਸਕਦੀ, ਦਰਪਣ ਇਹ ਆਈ ਟਕਰਾ ਕੇ ਇੱਥੇ ਅਸਲ 'ਚ ਮਿਲ ਗਈ, ਅਤੇ ਜਿੱਥੇ ਅਸਲ 'ਚ ਕਿਰਨ ਮਿਲਦੀ ਹੋਵੇ ਨਾ ਉਸ ਨੂੰ ਆਪਾਂ ਕਹਿੰਦੇ ਹਾਂ ਵਾਸਤਵਿਕ ਪ੍ਰਤੀਬਿੰਬ। ਠੀਕ ਹੈ, ਅਸਲ 'ਚ ਮਿਲ ਗਈ ਭਾਵ ਵਾਸਤਵਿਕ ਪ੍ਰਤੀਬਿੰਬ ਹੈ। ਇਸ ਤੋਂ ਉਲਟ ਜੇਕਰ ਆਪਣੇ ਕੋਲ ਉੱਤਲ ਦਰਪਣ ਹੁੰਦਾ, ਭਾਵ ਅੰਦਰਲੀ ਸਾਈਡ ਤੋਂ ਪੋਲਿਸ਼ ਕੀਤਾ ਹੁੰਦਾ ਅਤੇ ਬਾਹਰਲੀ ਸਾਈਡ ਇਹਦੀ ਖਾਲੀ ਹੁੰਦੀ, ਤਾਂ ਕੋਈ ਕਿਰਨ ਆਉਂਦੀ ਕਿੱਧਰ ਜਾਂਦੀ? ਉੱਪਰ ਵੱਲ ਨੂੰ। ਇੱਧਰੋਂ ਕੋਈ ਕਿਰਨ ਆਉਂਦੀ ਕਿੱਧਰ ਜਾਂਦੀ? ਉੱਪਰ ਵੱਲ ਨੂੰ। ਤਾਂ ਇਹ ਤਾਂ ਕਿਤੇ ਮਿਲਣੀ ਨਹੀਂ ਹੈਗੀ, ਨਹੀਂ ਮਿਲਣੀ ਨਾ, ਤਾਂ ਇਸ ਕਰਕੇ ਇਹਨੂੰ ਆਪਾਂ ਪਿੱਛੇ ਅਜ਼ਿਊਮ ਕਰ ਲੈਂਦੇ ਹਾਂ ਕਿ ਪਿੱਛੇ ਇਹ ਕਿਤੇ ਮਿਲਦੀ ਹੈ। ਇਹ ਅਸਲ 'ਚ ਨਹੀਂ ਮਿਲੀ ਕਿਤੇ, ਆਪਾਂ ਨੇ ਸਿਰਫ ਅਜ਼ਿਊਮ ਕੀਤੀ ਹੈ। ਅਤੇ ਜਿਹੜੀ ਅਜ਼ਿਊਮ ਕੀਤੀ ਜਾਵੇ ਉਹ ਪ੍ਰਤੀਬਿੰਬ ਹੁੰਦਾ ਆਭਾਸੀ, ਅਤੇ ਜਿਹੜੀ ਅਸਲ 'ਚ ਮਿਲੇ ਉਸ ਨੂੰ ਆਪਾਂ ਕਹਿੰਦੇ ਹਾਂ ਵਾਸਤਵਿਕ ਪ੍ਰਤੀਬਿੰਬ। ਸਮਝ ਗਏ ਸਟੂਡੈਂਟਸ? ਤਾਂ ਦੇਖੋ ਜਿਹੜਾ ਆਪਣੇ ਕੋਲ ਹੁੰਦਾ ਅਵਤਲ ਦਰਪਣ ਉਹਦਾ ਪ੍ਰਤੀਬਿੰਬ ਵਾਸਤਵਿਕ ਬਣਦਾ ਅਤੇ
उल्टा बनता है, ज़्यादातर, हमेशा नहीं, ज़्यादातर। हमेशा मैं क्यों नहीं कह रहा, अगे तुहानूं दसदा। ਇਹਦੇ ज़्यादातर आकार घट होंदा है, भाव जिन्नी वस्तु होंदी है ना, जिन्नी वस्तु का साइज है, जिन्ना किसी वस्तु का साइज है, ये प्रतिबिंब का आकार अक्सर वो तो घट ही बनता है, ज़्यादातर आकार वो तो घट ही बनता है। ये भी यदी एक लक्षण है। यदी वरतों कित्थे कित्थे होंदी है, जिहड़ा अपना अवतल दर्पण है उसदी वरतों कित्थे कित्थे होंदी है, डेंटिस्ट द्वारा। जिहड़े डेंटिस्ट होंदे ना दंदां दे डॉक्टर, तां दंद 'च कोई कमी लभण लई, कीड़ा वगैरह देखण लई अवतल दर्पण की वरतों करते हैं। अवतल दर्पण की वरतों क्यों करते हैं, मैं तो क्या हुण भी अवतल दर्पण का जिहड़ा प्रतिबिंब उहदा आकार घट होंदा है, कहा ना उन्हें, फिर वो वरतों क्यों करते हैं, वो तुहानूं अगे दसांगे। सेविंग कर लई घरां विच क्यों वरतते हैं, जे वो छोटा बनाता है प्रतिबिंब, फिर उन्होंने वरतते ही क्यों है, वो आपां दसदे हां तुहानूं। क्योंकि उहदा आकार वड्डा भी होंदा है, प्रतिबिंब का आकार वड्डा भी होंदा, बहुत वड्डा। वो वड्डा कदों होंदा है, वो एक सिचुएशन होंदी है जिहड़ी आपां तुहानूं अगे दसांगे, पर ज़्यादातर आकार की बनता है, छोटा भी बनता है। अगे देखो स्टूडेंट्स, अवतल दर्पण द्वारा बनाए गए प्रतिबिंब। अवतल दर्पण द्वारा जिहड़े प्रतिबिंब बनाए जाते हैं वो कित्थे बनाए जाते हैं, उन्होंने सिचुएशन कित्थे होंदी है, वो तुहानूं दसदे हां। ये अलग अलग चीज़ां होंदियां ने, भाव प्रतिबिंब कित्थे बनेगा, उसका आकार कितना होएगा, उल्टा बनेगा या सीधा बनेगा, ये अलग अलग चीज़ां ने। तुहानूं ये चीज़ां समझाने लिए आपां अलग अलग करतीआं। मान लो ये आपां दसते भी कित्थे बनेगा, अगे दसते उन्होंने आकार किहो जिहा होएगा, अगे दसते उहदी किस्म किहो जी, उल्टी होगी सीधी होगी। तुसीं देखो स्टार्टिंग तो सब तो पहला वस्तु जे अनंत ते होवे, तुसीं समझ लो स्टूडेंट्स, पहला समझ लो, फिर मैं तुहानूं डायग्राम 'च दसदा। जे वस्तु अनंत ते होवे तां प्रतिबिंब फोकस ते बनेगा, तो जे फोकस ते वस्तु होवे तां प्रतिबिंब अनंत ते बनेगा। जे वस्तु अनंत ते वक्रता केंद्र के विचकार होवे तां प्रतिबिंब फोकस ते वक्रता केंद्र के विचकार बनेगा, तो जे वस्तु वक्रता केंद्र ते होवे तां प्रतिबिंब वक्रता केंद्र ते ही बनेगा, तो जे वस्तु ध्रुव ते फोकस के विचकार होवे तां प्रतिबिंब दर्पण के दूजे पासे बनेगा। ये गल्लां तुसीं पढ़ लियां, हुण समझो इहनूं किवें बनेगा। देखो अपने कोल हैगा अवतल दर्पण, अवतल दर्पण बना लिया अपने कोल हैगा एक अवतल दर्पण, तो जिहड़ियां इहने सिचुएशन दसियां ने, सब तो पहला मान लो ये फोकस दूरी अपनी की है, फोकस है अपना ही इत्थे जी, ਇਹਦਾ केंद्र है, वक्रता केंद्र आप जिन्होंने कह रहे हैं, तो अगे किते जाके अनंत है, भाव एंड च जाके अनंत, अनंत तक किते भी हो सकता है, पर अपने फिर भी एक पॉइंट मान लिया कि अगे जाके किते अनंत है। चलो आप पॉइंट नहीं मानते, आप वैसे मान लें कि अगे अनंत है। तो सब तो पहला सिचुएशन की है कि जे वस्तु अनंत ते रखी हो किते, तो प्रतिबिंब कित्थे बनेगा, तो प्रतिबिंब बनेगा फोकस ते, कित्थे बनेगा, फोकस ते। जे वस्तु अनंत ते हैगी है तो प्रतिबिंब बनेगा फोकस ते, तो जे वस्तु फोकस ते हैगी है फिर प्रतिबिंब कित्थे बनेगा, जे वस्तु फोकस ते हैगी है, मान लो इत्थे रखी है, तो प्रतिबिंब कित्थे बनेगा, तो प्रतिबिंब बनेगा अपना जाके अनंत ते, ठीक है, कित्थे बनेगा, अनंत ते। जे वस्तु अनंत ते सी तो प्रतिबिंब फोकस ते सी, ते जे वस्तु फोकस ते है तो प्रतिबिंब अनंत ते है। दो चीज़ां आ गई समझ। उस तो बाद देखो जी अपनी सिचुएशन केड़ी है, पहला दोबारा बना लो इनू, एक अपना फोकस अपना केंद्र आ गया, ठीक है। जे वस्तु अनंत भाव ये अनंत सी, ये अपना वक्रता केंद्र है, इन्हां दोनों के विचकार होवे, अनंत ते वक्रता केंद्र के विचकार होवे, मान लो इत्थे जी किते वस्तु अपनी, तो प्रतिबिंब कित्थे बनेगा, तो प्रतिबिंब फोकस तो इधर तो वक्रता केंद्र तो इधर, भाव फोकस ते वक्रता केंद्र के विचकार बनेगा। देखो पहला वस्तु अनंत ते सी तो प्रतिबिंब कित्थे बन रहा सी, फोकस ते हुण वस्तु कित्थे है अपनी अनंत ते वक्रता केंद्र के विचकार, तो प्रतिबिंब कित्थे बन रहा है, वक्रता केंद्र ते फोकस के विचकार। तो जे वस्तु इधर होंदी, मान लो वक्रता केंद्र ते फोकस के विचकार होंदी, तो प्रतिबिंब कित्थे बनदा, अनंत ते वक्रता केंद्र के विचकार, ठीक है स्टूडेंट्स। ये भी अपनी सिचुएशन होगी। इस तो बाद तीजी सिचुएशन यदि देखो कि जे अपना वस्तु हैगी है जिहड़ी वो पूरी वक्रता केंद्र ते ही होई, ठीक है, वक्रता केंद्र ते ही होवे, तो अपना प्रतिबिंब कित्थे बनेगा, तो अपना प्रतिबिंब वक्रता केंद्र के उपर ही बनेगा। देखो जे अनंत ते सी तो फोकस ते बन रही सी, यानी कि तुसीं नज़दीक आते जा रहे हो ना, तो अपना प्रतिबिंब उधर जाता जा रहा है, तुसीं तां इधर आते जा रहे हो, अपनी वस्तु तो इधर जाती जा रही है, तो अपना प्रतिबिंब उधर जाता जा रहा है। पहला अनंत ते सी तो प्रतिबिंब फोकस ते बन रहा सी, फिर वक्रता केंद्र अते अनंत के विचकार आ गई तो अपना प्रतिबिंब बनया
ਫੋਕਸ ਅਤੇ ਵਕਰਤਾ ਕੇਂਦਰ ਦੇ ਵਿਚਕਾਰ, ਤੇ ਹੁਣ ਵਕਰਤਾ ਕੇਂਦਰ 'ਤੇ ਹੀ ਹੈਗੀ ਤਾਂ ਆਪਣਾ ਪ੍ਰਤੀਬਿੰਬ ਬਣਿਆ ਵਕਰਤਾ ਕੇਂਦਰ ਦੇ ਉੱਤੇ ਹੀ। ਠੀਕ ਹੈ ਸਟੂਡੈਂਟਸ, ਤੁਸੀਂ ਸਮਝ ਗਏ। ਤੇ ਜੇ ਇੱਧਰ ਹੋਵੇਗੀ ਤਾਂ ਫਿਰ ਉਹੀ ਸਿਚੁਏਸ਼ਨ ਵੀ ਜੇ ਇਹਨਾਂ ਦੇ ਵਿਚਕਾਰ ਹੋ ਗਿਆ ਤਾਂ ਉਹਦੇ ਉਲਟ ਹੋ ਜਾਏਗਾ, ਜਿਹੜੀ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ ਕਿ ਜੇ ਵਸਤੂ ਆਪਣੀ ਅਨੰਤ ਅਤੇ ਵਕਰਤਾ ਕੇਂਦਰ ਦੇ ਵਿਚਕਾਰ ਸੀ ਤਾਂ ਪ੍ਰਤੀਬਿੰਬ ਕਿੱਥੇ ਬਣ ਰਿਹਾ ਸੀ, ਵਕਰਤਾ ਕੇਂਦਰ ਤੇ ਫੋਕਸ ਦੇ ਵਿਚਕਾਰ। ਤੇ ਜੇ ਵਕਰਤਾ ਕੇਂਦਰ ਤੇ ਫੋਕਸ ਦੇ ਵਿਚਕਾਰ ਵਸਤੂ ਹੋਏਗੀ ਤਾਂ ਪ੍ਰਤੀਬਿੰਬ ਕਿੱਥੇ ਬਣੇਗਾ, ਅਨੰਤ ਅਤੇ ਵਕਰਤਾ ਕੇਂਦਰ ਦੇ ਵਿਚਕਾਰ, ਯਾਨੀ ਕਿ ਉਹੀ ਆਪਣੀ ਸਿਚੁਏਸ਼ਨ ਉਲਟ ਹੋ ਜਾਣਗੀਆਂ। ਇਹ ਤੋਂ ਇਲਾਵਾ ਅੱਗੇ ਦੇਖੋ ਤੁਸੀਂ ਇਹਨਾਂ ਦੀ ਜਿਹੜੀ ਆਕਾਰ ਕੀ ਹੋਏਗਾ, ਆਕਾਰ ਕੀ ਹੋਏਗਾ, ਆਕਾਰ ਸਿੰਪਲ ਦੇਖ ਲਓ ਤੁਸੀਂ। ਜੇ ਵਸਤੂ ਇਹ ਆਪਣਾ ਪ੍ਰਤੀਬਿੰਬ ਸੀ, ਇਹ ਆਪਣਾ ਫੋਕਸ ਸੀ, ਇਹ ਕੇਂਦਰ ਸੀ, ਜੇ ਵਸਤੂ ਕੇਂਦਰ 'ਤੇ ਹੋਵੇਗੀ ਤਾਂ ਪ੍ਰਤੀਬਿੰਬ ਓਨਾ ਹੀ ਵੱਡਾ ਬਣੇਗਾ ਜਿੰਨਾ ਹੈਗਾ ਉਹ, ਜੇ ਕੇਂਦਰ 'ਤੇ ਹੋਵੇਗੀ ਤਾਂ ਓਨਾ ਹੀ ਵੱਡਾ ਬਣੇਗਾ। ਜੇ ਵਸਤੂ ਵਕਰਤਾ ਕੇਂਦਰ ਤੋਂ ਪਰਾਂ ਹੋਏਗੀ ਤਾਂ ਪ੍ਰਤੀਬਿੰਬ ਛੋਟਾ ਬਣੇਗਾ, ਤੇ ਜੇ ਵਕਰਤਾ ਕੇਂਦਰ ਤੋਂ ਇਸ ਸਾਈਡ ਹੋਏਗੀ ਤਾਂ ਪ੍ਰਤੀਬਿੰਬ ਵੱਡਾ ਬਣੇਗਾ। ਠੀਕ ਹੈ, ਵੱਡੇ ਛੋਟਾ ਦੇਖ ਲਓ ਤੁਸੀਂ। ਜੇ ਵਕਰਤਾ ਕੇਂਦਰ ਤੋਂ ਪਰਾਂ ਹੋਵੇ ਤਾਂ ਛੋਟਾ ਪ੍ਰਤੀਬਿੰਬ ਬਣਦਾ, ਜੇ ਵਕਰਤਾ ਕੇਂਦਰ ਤੋਂ ਉਸ ਸਾਈਡ ਕੋਈ ਵੀ ਵਸਤੂ ਹੈ ਤਾਂ ਪ੍ਰਤੀਬਿੰਬ ਛੋਟਾ ਬਣਦਾ। ਜੇ ਵਕਰਤਾ ਕੇਂਦਰ 'ਤੇ ਹੋਵੇ ਤਾਂ ਇੰਨੇ ਹੀ ਆਕਾਰ ਦਾ ਬਣਦਾ, ਜੇ ਵਕਰਤਾ ਕੇਂਦਰ 'ਤੇ ਹੋਵੇ ਤਾਂ ਸੇਮ ਆਕਾਰ ਦਾ ਬਣਦਾ, ਤੇ ਜੇ ਵਕਰਤਾ ਕੇਂਦਰ ਤੋਂ ਇੱਧਰ ਆ ਜਾਏ ਤਾਂ ਪ੍ਰਤੀਬਿੰਬ ਵੱਡਾ ਬਣੇਗਾ। ਠੀਕ ਹੈ ਸਟੂਡੈਂਟਸ, ਅੱਗੇ ਦੇਖੋ ਕਿਸਮ ਕਿਹੜੀ ਹੋਏਗੀ ਪ੍ਰਤੀਬਿੰਬ ਦੀ। ਦੇਖੋ ਜੇ ਆਪਣੇ ਕੋਲ ਇਹ ਫੋਕਸ ਸੀ, ਇਹ ਵਕਰਤਾ ਕੇਂਦਰ ਸੀ, ਠੀਕ ਹੈ, ਜੇ ਆਪਣੀ ਫੋਕਸ ਤੋਂ ਇੱਧਰ ਵੱਲ ਹੋਵੇ ਕੋਈ ਵੀ ਵਸਤੂ, ਫੋਕਸ ਤੋਂ ਇੱਧਰ ਵੱਲ ਭਾਵ ਚਾਹੇ ਕੇਂਦਰ 'ਤੇ ਹੋਵੇ, ਚਾਹੇ ਅਨੰਤ 'ਤੇ ਹੋਵੇ, ਚਾਹੇ ਅਨੰਤ ਅਤੇ ਕੇਂਦਰ ਦੇ ਵਿਚਕਾਰ ਹੋਵੇ, ਸਿਰਫ ਫੋਕਸ ਤੋਂ ਇਸ ਸਾਈਡ ਹੋਣੀਆਂ ਚਾਹੀਦੀਆਂ ਨੇ, ਤਾਂ ਕੀ ਬਣਨਗੇ, ਸਾਰੇ ਪ੍ਰਤੀਬਿੰਬ ਉਲਟੇ ਬਣਨਗੇ। ਕੀ ਬਣਨਗੇ, ਉਲਟੇ। ਪਰ ਜੇ ਵਸਤੂ ਆਪਣੀ ਫੋਕਸ ਅਤੇ ਇਹਦੇ ਥਰੂ ਯਾਨੀ ਕਿ ਪੋਲ ਦੇ ਵਿਚਕਾਰ ਹੋਵੇ, ਇਸ ਏਰੀਆ 'ਚ ਆਪਣੀ ਵਸਤੂ ਹੋਵੇ ਤਾਂ ਪ੍ਰਤੀਬਿੰਬ ਸਿੱਧਾ ਬਣੇਗਾ। ਕੀ ਬਣੇਗਾ, ਸਿੱਧਾ ਬਣੇਗਾ। ਸਿਰਫ ਇਹੀ ਇੱਕ ਸਿਚੁਏਸ਼ਨ ਹੁੰਦੀ ਹੈ ਅਵਤਲ ਦਰਪਣ ਵਿੱਚ ਜਿਸ 'ਚ ਆਪਣਾ ਜਿਹੜਾ ਪ੍ਰਤੀਬਿੰਬ ਆ ਉਹ ਸਿੱਧਾ ਬਣਦਾ ਹੈ। ਕਿਹੜੀ ਸਿਚੁਏਸ਼ਨ, ਜਦੋਂ ਵਸਤੂ ਫੋਕਸ ਅਤੇ ਪੋਲ ਦੇ ਵਿਚਕਾਰ ਹੁੰਦੀ ਹੈ। ਠੀਕ ਹੈ ਸਟੂਡੈਂਟਸ, ਤਾਂ ਇਹ ਹੋ ਗਿਆ ਆਪਣਾ ਅਵਤਲ ਦਰਪਣ। ਇਹ ਤੋਂ ਬਾਅਦ ਉੱਤਲ ਦਰਪਣ ਦੇਖੋ, ਉੱਤਲ ਦਰਪਣ ਆਸਾਨ ਹੈ ਜਮਾਂ ਹੀ। ਉੱਤਲ ਦਰਪਣ ਹੁੰਦਾ ਅਵਤਲ ਦਰਪਣ ਤੋਂ ਉਲਟ, ਭਾਵ ਇਹਦਾ ਜਿਹੜਾ ਉਭਰਿਆ ਹੋਇਆ ਸਿਰਾ ਉਹਨੂੰ ਉਹ ਪਰਿਵਰਤਿਤ ਕਰਦਾ ਕਿਰਨਾਂ ਨੂੰ, ਅਤੇ ਜਿਹੜਾ ਇਹਦਾ ਉਲਟਾ ਜਿਹੜਾ ਅੰਦਰਲਾ ਸਿਰਾ ਹੁੰਦਾ ਉਹ ਪਾਲਿਸ਼ ਕੀਤਾ ਗਿਆ ਹੁੰਦਾ। ਠੀਕ ਹੈ ਸਟੂਡੈਂਟਸ, ਦੇਖੋ ਇਹ 'ਚ ਹੋਰ ਕੀ ਹੁੰਦਾ, ਇਹਦੇ ਲੱਛਣ ਭਾਵ ਕਿਹੋ ਜਿਹੇ ਪ੍ਰਤੀਬਿੰਬ ਬਣਾਉਂਦਾ। ਪ੍ਰਤੀਬਿੰਬ ਹਮੇਸ਼ਾ ਆਭਾਸੀ ਬਣਾਉਂਦਾ। ਆਭਾਸੀ ਕਿਵੇਂ, ਆਭਾਸੀ ਭਾਵ ਜਿਹੜੀਆਂ ਕਿਰਨਾਂ ਆਉਂਦੀਆਂ ਨੇ, ਇਹ ਕਿਰਨਾਂ ਕੀ ਪਰਿਵਰਤਿਤ ਹੋ ਗਈ, ਇਹ ਕਿਰਨਾਂ ਕੀ ਪਰਿਵਰਤਿਤ, ਯਾਨੀ ਕਿ ਜਿਹੜੀਆਂ ਕਿਰਨਾਂ ਇਹਦੇ 'ਤੇ ਆਉਂਦੀਆਂ ਨੇ ਉਹ ਪਰਿਵਰਤਿਤ ਹੋਣ ਤੋਂ ਬਾਅਦ ਕਦੇ ਵੀ ਨਹੀਂ ਮਿਲਦੀਆਂ, ਕਦੇ ਵੀ ਨਹੀਂ ਮਿਲਦੀਆਂ, ਤਾਂ ਆਪਾਂ ਨੂੰ ਅਜੂਮ ਕਰਨੀਆਂ ਪੈਂਦੀਆਂ ਨੇ, ਅਤੇ ਅਜੂਮ ਕਰਨੀਆਂ ਪੈਂਦੀਆਂ ਨੇ ਇਸ ਕਰਕੇ ਸਾਰੇ ਹੀ ਪ੍ਰਤੀਬਿੰਬ ਆਭਾਸੀ ਬਣਦੇ ਨੇ। ਸਮਝ ਗਏ ਤੁਸੀਂ, ਪਹਿਲੀ ਗੱਲ ਤਾਂ ਸਾਰੇ ਪ੍ਰਤੀਬਿੰਬ ਆਭਾਸੀ ਬਣਦੇ ਨੇ, ਅਤੇ ਜੇ ਸਾਰੇ ਪ੍ਰਤੀਬਿੰਬ ਆਭਾਸੀ ਬਣਦੇ ਨੇ ਤਾਂ ਸਿੰਪਲ ਜੀ ਗੱਲ ਸਾਰੇ ਪ੍ਰਤੀਬਿੰਬ ਸਿੱਧੇ ਵੀ ਬਣਨਗੇ, ਸਾਰੇ ਪ੍ਰਤੀਬਿੰਬ ਸਿੱਧੇ ਬਣਨਗੇ। ਤੀਜੀ ਗੱਲ, ਸਾਰੇ ਪ੍ਰਤੀਬਿੰਬ ਜਿਹੜੇ ਹੈਗੇ ਨੇ ਉਹ ਛੋਟੇ ਬਣਦੇ ਨੇ। ਚੌਥੀ ਗੱਲ, ਹਮੇਸ਼ਾ ਦਰਪਣ ਦੇ ਪਿਛਲੇ ਪਾਸੇ ਪ੍ਰਤੀਬਿੰਬ ਬਣਦਾ। ਜਿਹੜਾ ਦਰਪਣ ਹੁੰਦਾ ਹੈ ਹਮੇਸ਼ਾ ਉਹਦੇ ਪਿਛਲੇ ਪਾਸੇ ਭਾਵ ਇੱਧਰੋਂ ਕਿਰਨ ਆ ਰਹੀ ਸੀ ਅਤੇ ਦਰਪਣ ਕਿੱਧਰ ਬਣਿਆ, ਪ੍ਰਤੀਬਿੰਬ ਕਿੱਧਰ ਬਣਿਆ, ਇਸ ਪਾਸੇ ਦਰਪਣ ਦੇ ਉਲਟੇ ਪਾਸੇ ਪ੍ਰਤੀਬਿੰਬ ਬਣਦਾ। ਹਮੇਸ਼ਾ ਕਿੱਥੇ ਬਣਦਾ ਪ੍ਰਤੀਬਿੰਬ, ਹਮੇਸ਼ਾ ਪ੍ਰਤੀਬਿੰਬ ਹੈਗਾ ਜਿਹੜਾ ਉਹ ਦੇਖ ਲਓ ਤੁਸੀਂ ਇੱਕ ਵਾਰ, ਇਹ ਆਪਣਾ ਹੈਗਾ ਉੱਤਲ ਦਰਪਣ, ਆਈ ਕਿਰਨ ਚਲੀ ਗਈ, ਆਈ ਕਿਰਨ ਚਲੀ ਗਈ, ਇਹ ਇਹਦਾ ਫੋਕਸ ਹੈ ਉਰੇ ਅਤੇ ਇਹਦਾ ਸੀ ਹੈ। ਹਮੇਸ਼ਾ ਪ੍ਰਤੀਬਿੰਬ ਇਹਦੇ ਪੋਲ ਤੋਂ ਲੈ ਕੇ ਅਤੇ ਇਹਦੀ ਫੋਕਸ ਬਿੰਦੂ ਹੈਗਾ ਜਿਹੜਾ ਫੋਕਸ ਬਿੰਦੂ ਦੇ ਵਿਚਕਾਰ ਹੀ ਇਹਦੇ ਸਾਰੇ ਦੇ ਸਾਰੇ ਪ੍ਰਤੀਬਿੰਬ ਬਣਦੇ ਨੇ। ਕਿੱਥੇ ਬਣਦੇ ਨੇ, ਪੋਲ ਤੋਂ ਲੈ ਕੇ ਫੋਕਸ ਦੇ ਵਿਚਕਾਰ ਹੀ ਇਹਦੇ ਸਾਰੇ ਪ੍ਰਤੀਬਿੰਬ ਬਣਦੇ ਨੇ, ਅਤੇ ਸਾਰੇ ਛੋਟੇ ਹੁੰਦੇ ਨੇ, ਸਾਰੇ ਸਿੱਧੇ ਹੁੰਦੇ ਨੇ, ਸਾਰੇ ਪਿਛਲੀ ਸਾਈਡ ਬਣਦੇ ਨੇ, ਅਤੇ ਸਾਰੇ ਹੀ ਫੋਕਸ ਅਤੇ ਧਰੁਵ ਦੇ ਵਿਚਕਾਰ ਬਣਦੇ ਨੇ। ਇਹ ਸੀ ਆਪਣਾ ਉੱਤਲ ਦਰਪਣ। ਤਾਂ ਆਪਣਾ ਅੱਜ ਦਾ ਜਿਹੜਾ ਹੈਗਾ ਸੀ ਕਲਾਸ ਸਟੂਡੈਂਟਸ ਕੰਪਲੀਟ ਹੋ ਗਈ। ਇਹਦਾ ਜਿਹੜਾ ਆਪਾਂ ਨੇ ਅੱਜ ਕਰਾਇਆ, ਇਹ ਆਪਾਂ ਨੇ ਕਰਾਇਆ ਸਿਰਫ ਰਿਫਲੈਕਸ਼ਨ, ਅਤੇ ਜਿਹੜਾ ਰਿਫਰੈਕਸ਼ਨ ਵਾਲਾ ਪਾਰਟ ਹੈ ਉਹ ਆਪਾਂ ਕੱਲ੍ਹ ਨੂੰ ਕਰਾਵਾਂਗੇ, ਜਾਂ ਫਿਰ ਅੱਜ ਹੀ ਇਹਦੀ ਸੈਕਿੰਡ ਜਿਹੜੀ ਹੈਗੀ ਵੀਡੀਓ ਆਪਾਂ ਪਾ ਦੇਵਾਂਗੇ। ਅਤੇ ਸਟੂਡੈਂਟਸ ਸੋਲਵਰ ਅਕੈਡਮੀ ਨੂੰ ਫੋਲੋ ਕਰੋ, ਅਤੇ ਫੁੱਲ ਸਿਲੇਬਸ ਦੀ ਕਲਾਸ ਜਿਹੜੀ ਤੁਹਾਨੂੰ ਮੁਫਤ ਪ੍ਰੋਵਾਈਡ ਕਰਾਈ ਜਾਏਗੀ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਟੂਡੈਂਟਸ। ਅਤੇ ਜਿਹੜੇ ਵੀ ਤੁਹਾਨੂੰ ਇਹ 'ਚ ਡਾਊਟ ਹੁੰਦੇ ਆ ਉਹ ਤੁਸੀਂ ਡਿਸਕ੍ਰਿਪਸ਼ਨ ਵਿੱਚ ਜਾ ਕੇ ਆਪਣੇ ਟੈਲੀਗ੍ਰਾਮ ਲਿੰਕ 'ਤੇ ਜਾ ਕੇ ਤੁਸੀਂ ਉਹਨੂੰ ਸਬਸਕ੍ਰਾਈਬ ਕਰ ਸਕਦੇ ਹੋ, ਅਤੇ ਉੱਥੇ ਆਪਣੇ ਸਾਰੇ ਡਾਊਟ ਕਲੀਅਰ ਕਰ ਸਕਦੇ ਹੋ। ਠੀਕ ਹੈ ਸਟੂਡੈਂਟਸ, ਥੈਂਕ ਯੂ।